ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਖਾਸ ਪ੍ਰੋਗਰਾਮ ਜਿਸ ਦੇ ਵਿੱਚ ਪੰਜਾਬ ਅਤੇ ਦੇਸ਼ ਦੀ ਸਿਆਸਤ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਿਸਾਨ ਅੰਦੋਲਨ ਦੇ ਵਿੱਚ ਵੀ ਰਹੇਗੀ। ਚਰਚਾ ਸਭ ਤੋਂ ਪਹਿਲਾਂ ਕਰਾਂਗੇ ਕਿ ਆਖਿਰਕਾਰ 15 ਅਗਸਤ ਤੋਂ ਬਾਅਦ ਕਿਸ ਤਰ੍ਹਾਂ ਦੀ ਆਖਰੀ ਜੰਗ ਜੇਕਰ ਕਹਿ ਸਕੀਏ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਰਹੀਆਂ ਨੇ, ਇਸ ਦੇ ਉੱਤੇ ਚਰਚਾ ਰਹੇਗੀ ਕਿ ਕੀ ਕੁਝ ਹੋ ਸਕਦਾ ਹੈ। ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਘੇਰਾ ਪਾਇਆ ਜਾ ਚੁੱਕਿਆ ਹੈ। ਆਖਿਰਕਾਰ ਇਸ ਸਿਆਸੀ ਘੇਰੇ ਚੋਂ ਕਿੱਦਾਂ ਨਿਕਲਣਗੇ ਸਿੱਧੂ, ਇਸ ਦੇ ਉੱਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਰਹੇਗੀ। ਚਰਚਾ ਕਿਸਾਨ ਅੰਦੋਲਨ ਦੇ ਉੱਤੇ ਵੀ ਕਰਾਂਗੇ। ਕਿਸਾਨਾਂ ਨੇ 15 ਅਗਸਤ ਨੂੰ ਲੈ ਕੇ ਵੱਖੋ ਵੱਖਰੇ ਤਰੀਕੇ ਦੇ ਐਲਾਨ ਕੀਤੇ ਨੇ, ਉਸ ਦੇ ਉੱਤੇ ਵੀ ਚਰਚਾ ਵਿਸਥਾਰ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡੱਲਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਵੱਲ ਵਧਾਂਗੇ। ਜਿਸ ਤਰ੍ਹਾਂ ਲਗਾਤਾਰ ਕੱਲ੍ਹ ਦੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਈਆਂ ਨੇ, ਹਰ ਪ੍ਰੈਸ ਕਾਨਫਰੰਸ ਦਾ ਜ਼ਿਕਰ ਸ਼ੁਰੂਆਤ ਦੇ ਵਿੱਚੋਂ ਹੀ ਸਿੱਧੂ ਦੇ ਉੱਤੇ ਰਿਹਾ। ਜਿਸ ਤਰ੍ਹਾਂ ਸਿਆਸੀ ਤੀਰ ਹੁਣ ਸਿੱਧੂ ਵੱਲ ਛੱਡੇ ਜਾ ਰਹੇ ਨੇ, ਲੱਗਦਾ ਕਿ ਸਿੱਧੂ ਆਉਣ ਵਾਲੇ ਦਿਨਾਂ 'ਚ ਇਸ ਸਿਆਸੀ ਘੇਰੇ ਦੇ ਵਿੱਚੋਂ ਨਿਕਲ ਸਕਣਗੇ, ਕਿਉਂਕਿ ਘੇਰਾ ਦਿਨੋਂ ਦਿਨ ਹੋਰ ਨੇੜੇ ਹੁੰਦਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦੇ। ਦੇਖੋ, ਕੁੱਲ ਮਿਲਾ ਕੇ ਤੁਹਾਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਸਾਰਿਆਂ ਦੇ ਨਿਸ਼ਾਨੇ ਤੇ ਕਿਉਂ ਆਏ। ਇੱਕ ਵੇਲਾ ਸੀ ਜਦੋਂ ਦਿੱਲੀ 'ਚ ਅਰਵਿੰਦ ਕੇਜਰੀਵਾਲ ਸਾਰਿਆਂ ਦੇ ਨਿਸ਼ਾਨੇ ਤੇ ਸੀ ਗਗਨ। ਅਸਲ 'ਚ ਜਦੋਂ ਕੋਈ ਵੀ ਵਿਅਕਤੀ ਮੌਜੂਦਾ ਪੋਲੀਟੀਕਲ ਪ੍ਰਬੰਧ ਨੂੰ ਚੁਣੌਤੀ ਦਿੰਦਾ ਹੈ ਨਾ, ਉਦੋਂ ਲਗਭਗ ਸਾਰੀਆਂ ਪੋਲੀਟੀਕਲ ਧਿਰਾਂ ਨੂੰ ਲੱਗਦਾ ਹੈ ਕਿ ਅਸੀਂ ਸਹੀ ਹਾਂ ਤੇ ਸਾਨੂੰ ਚੁਣੌਤੀ ਦੇਣ ਵਾਲਾ ਗਲਤ ਹੈ। ਹੁਣ ਸਿੱਧੂ ਬਾਰੇ ਮੈਂ ਵੱਖ-ਵੱਖ ਧਿਰਾਂ ਦੇ ਬਿਆਨ ਸੁਣਦਾ ਗਗਨ। ਉਹ ਕਹਿੰਦੇ ਕਾਂਗਰਸ ਦੀ ਤਾਂ ਸਰਕਾਰ ਹੈ, ਸਿੱਧੂ ਦੀ ਤਾਂ ਸਰਕਾਰ ਹੈ। ਉਹ ਇਹ ਕਹਿੰਦੇ ਵੀ ਸਿੱਧੂ ਦੀ ਸਰਕਾਰ ਹੈ, ਜਦ ਕਿ ਸਾਰਿਆਂ ਨੂੰ ਪਤਾ ਹੈ ਕੈਪਟਨ ਦੀ ਸਰਕਾਰ ਹੈ। ਕੇਂਦਰ 'ਚ ਮੋਦੀ ਸਾਹਿਬ ਦੀ ਸਰਕਾਰ ਹੈ। ਕਿਸਾਨ ਖੇਤੀ ਕਾਨੂੰਨ ਕੀ ਮੋਦੀ ਸਾਹਿਬ ਤੋਂ ਇਲਾਵਾ ਹੋਰ ਕੋਈ ਰੱਦ ਕਰ ਸਕਦਾ? ਨਹੀਂ ਕਰ ਸਕਦਾ। ਇਸੇ ਤਰ੍ਹਾਂ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਬਿਨਾਂ ਕੋਈ ਵਿਅਕਤੀ ਕੋਈ ਫੈਸਲਾ ਕਰ ਸਕਦਾ ਹੈ? ਨਹੀਂ ਕਰ ਸਕਦਾ। ਸੂਬਿਆਂ 'ਚ ਮੁੱਖ ਮੰਤਰੀ ਮੁਖੀ ਹੁੰਦੇ ਨੇ, ਪ੍ਰਸ਼ਾਸਨਿਕ ਮੁਖੀ, ਫੈਸਲੇ ਲੈਣ ਵਾਲੇ ਮੁਖੀ, ਔਰ ਦੇਸ਼ 'ਚ ਪ੍ਰਧਾਨ ਮੰਤਰੀ। ਇਸ ਕਰਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਸਿੱਧੂ ਤਾਂ ਹੈ ਕਿਉਂਕਿ ਸਿੱਧੂ ਆਮ ਆਦਮੀ ਪਾਰਟੀ ਲਈ ਚੁਣੌਤੀ ਹੈ, ਸਿੱਧੂ ਅਕਾਲੀ ਦਲ ਲਈ ਚੁਣੌਤੀ ਹੈ, ਔਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਲਈ ਚੁਣੌਤੀ ਹੈ। ਕੈਪਟਨ ਅਮਰਿੰਦਰ ਕਿੱਥੇ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ? ਉਹ ਤਾਂ ਜਦੋਂ ਸਿੱਧੂ ਗਗਨ ਪ੍ਰਧਾਨ ਬਣ ਹੀ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮਾਗਮ 'ਚ ਜਾਣਾ ਪਿਆ ਜਦੋਂ ਹੋਰ ਸਾਰੇ ਕਾਰਜਕਾਰੀ ਪ੍ਰਧਾਨ ਚਿੱਠੀ ਦੇ ਕੇ ਆਏ। ਜਦੋਂ ਕੈਪਟਨ ਅਮਰਿੰਦਰ ਨੂੰ ਮਹਿਸੂਸ ਹੋ ਗਿਆ ਕਿ ਬਹੁ ਗਿਣਤੀ ਵਿਧਾਇਕ ਕਾਂਗਰਸ ਪ੍ਰਧਾਨ ਦੇ ਨਾਲ ਖੜ ਗਏ ਤੇ ਕੈਪਟਨ ਅਮਰਿੰਦਰ ਨੂੰ ਵੀ ਜਾਣਾ ਪਿਆ। ਔਰ ਜਿੰਨੀ ਦੇਰ ਸਿੱਧੂ ਨੂੰ ਤਾਕਤ ਨਹੀਂ ਮਿਲੀ ਉਨੀ ਦੇਰ ਸਿੱਧੂ ਵੀ ਤੁਹਾਨੂੰ ਪਤਾ ਹੈ ਅੱਧ ਵਿਚਕਾਰ ਫਸਿਆ ਹੋਇਆ ਸੀ। ਭਾਵੇਂ ਹਾਈ ਕਮਾਂਡ ਨੇ ਭਰੋਸਾ ਦਿੱਤਾ ਹੋਇਆ ਸੀ ਸਿੱਧੂ ਨੂੰ 1.5-2 ਸਾਲ ਦਾ ਕਿ ਅਸੀਂ ਤੁਹਾਨੂੰ ਪ੍ਰਧਾਨ ਲਾਵਾਂਗੇ, ਤੁਹਾਡਾ ਸਿਆਸੀ ਇਨਸਾਫ ਕਰਾਂਗੇ, ਪਰ ਜਦ ਤੱਕ ਸਿੱਧੂ ਪ੍ਰਧਾਨ ਨਹੀਂ ਬਣਿਆ ਤੁਹਾਨੂੰ ਲੱਗਦਾ ਕਿ ਇਹ MLA ਸਿੱਧੂ ਕੋਲੇ ਜਾਂਦੇ ਸੀ? ਇਹ MLA ਜਿਹੜੇ ਅੱਜ ਸਿੱਧੂ ਦੇ ਖੱਬੇ ਸੱਜੇ, ਸਿੱਧੂ ਦਾ ਕੱਦ ਦੇਖੋ ਕਿੱਡਾ ਹੈ। ਸਿਆਸੀ ਕੱਦ ਸਾਰਿਆਂ ਦਾ ਆਪਣੇ ਆਪ ਦੇ ਵਿੱਚ ਵੱਡਾ ਹੈ। ਹੁਣ ਸਿੱਧੂ ਤੋਂ ਆਮ ਆਦਮੀ ਪਾਰਟੀ ਨੂੰ ਵੀ ਚਿੰਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਲਹਿਰ ਤੁਰਨ ਲੱਗ ਗਈ ਸੀ। ਆਮ ਆਦਮੀ ਪਾਰਟੀ ਕੀ ਪੰਜਾਬ ਨੂੰ ਲੱਗਣ ਲੱਗ ਗਿਆ ਸੀ ਵੀ ਸਿੱਧੂ ਆਪ 'ਚ ਚੱਲ ਜੂ। ਮੈਂ ਤਾਂ ਕਹਿ ਰਿਹਾ ਸੀ ਸਿੱਧੂ ਨਹੀਂ ਜਾਂਦਾ ਆਪ 'ਚ। ਉਦੋਂ ਗੱਲ ਹੋ ਰਹੀ ਸੀ ਵੀ ਜੇ ਸਿੱਧੂ ਆਪ 'ਚ ਚੱਲ ਗਿਆ ਤਾਂ ਫਿਰ ਆਪ ਦੀ ਸਰਕਾਰ ਬਣ ਜੂ। ਉਹ ਬਣ ਜਾਣੀ ਸੀ ਜੇ ਸਿੱਧੂ ਆਪ 'ਚ ਚਲਿਆ ਜਾਂਦਾ। ਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਦੇ ਵੀ ਸਿੱਧੂ ਨੂੰ ਖੁੱਲ੍ਹ ਕੇ ਸੱਦਾ ਨਹੀਂ ਦਿੱਤਾ ਕਿ ਤੁਸੀਂ ਆਓ, ਅਸੀਂ ਤੁਹਾਨੂੰ ਪੰਜਾਬ ਦੇ ਹੱਕ 'ਚ ਕੰਮ ਕਰਨ ਲਈ ਅੱਗੇ ਕਰਾਂਗੇ। ਉਹ ਕਾਂਗਰਸ ਨੇ ਵੀ ਲੁਕਵਾਂ ਰੱਖਿਆ ਏਜੰਡਾ। ਅਤੇ ਹੁਣ ਜਦੋਂ ਸਿੱਧੂ ਪ੍ਰਧਾਨ ਲਾਤਾ ਉਦੋਂ ਕੈਪਟਨ ਅਮਰਿੰਦਰ, ਜੇ 18 ਸੂਤਰੀ ਏਜੰਡੇ 'ਤੇ ਕੈਪਟਨ ਅਮਰਿੰਦਰ ਨੇ ਪ੍ਰਗਤੀ ਰਿਪੋਰਟ ਵੀ ਦਿੱਤੀ ਅਤੇ ਸੋਨੀਆ ਗਾਂਧੀ ਨੂੰ ਦਿੱਤੀ। ਕੈਪਟਨ ਅਮਰਿੰਦਰ ਵੀ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਦੇ ਤੌਰ 'ਤੇ ਦਿਲੋਂ ਨਹੀਂ ਮੰਨਦੇ। ਅਕਾਲੀ ਦਲ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਜੇ ਸਿੱਧੂ ਦਾ ਇਸੇ ਤਰ੍ਹਾਂ ਸਿਲਸਿਲਾ ਜਾਰੀ ਰਿਹਾ ਤੇ ਸਿੱਧੂ ਅਕਾਲੀ ਦਲ ਨੂੰ ਵੀ ਨੁਕਸਾਨ ਕਰੂ। BJP ਵਾਲਿਆਂ ਦੇ ਵਿੱਚੋਂ ਤਾਂ ਰਿਹਾ ਸਿੱਧੂ ਪਹਿਲਾਂ, BJP ਵਾਲਿਆਂ ਨੂੰ ਵੀ ਦੁੱਖ ਹੈ। ਜੇ ਸਿੱਧੂ BJP 'ਚ ਹੁੰਦਾ ਤੇ ਅੰਮ੍ਰਿਤਸਰ BJP ਦੇ ਹੱਥੋਂ ਜਾਂਦਾ। ਪੁਰੀ ਸਾਹਿਬ ਦਿੱਲੀੋਂ ਲਾਲੇ ਤਾਂ ਨਹੀਂ ਜਿੱਤੇ। BJP ਨੂੰ ਵੀ ਦਿੱਕਤ ਹੈ, ਆਮ ਆਦਮੀ ਪਾਰਟੀ ਨੂੰ ਵੀ ਦਿੱਕਤ ਹੈ, ਕੈਪਟਨ ਅਮਰਿੰਦਰ ਦੇ ਖੇਮੇ ਨੂੰ ਵੀ ਦਿੱਕਤ ਹੈ। ਇਸ ਕਰਕੇ ਹੁਣ ਤੁਸੀਂ ਦੇਖੋ ਰਾਘਵ ਚੱਡਾ ਵੀ ਚਿੱਠੀ ਲਿਖਦੇ ਨੇ ਤਾਂ ਸਿੱਧੂ ਨੂੰ ਲਿਖਦੇ ਨੇ ਤੇ ਕਹਿੰਦੇ ਤੁਹਾਡੀ ਸਰਕਾਰ ਹੈ। ਜੇ ਇਹੀ ਸਵਾਲ
ਅਰਵਿੰਦ ਕੇਜਰੀਵਾਲ ਨਾਲ ਕੀਤਾ ਜਾਵੇ ਦਿੱਲੀ 'ਚ ਕਿ ਤੁਸੀਂ ਜਨ ਲੋਕਪਾਲ ਬਿੱਲ ਕਿਉਂ ਨਹੀਂ ਲਾਗੂ ਕੀਤਾ ਅੱਜ ਤੱਕ। ਤੁਸੀਂ ਦੱਸੋ, ਅਰਵਿੰਦ ਕੇਜਰੀਵਾਲ ਦੀ ਤਾਂ ਸਿਆਸਤ ਹੀ ਜਨ ਲੋਕਪਾਲ ਤੋਂ ਸ਼ੁਰੂ ਹੋਈ ਸੀ। ਕਿ ਜਨ ਲੋਕਪਾਲ ਲਾਗੂ ਹੋਇਆ? ਦਿੱਲੀ ਦਾ ਕਾਨੂੰਨ ਬਣਿਆ ਜਨ ਲੋਕਪਾਲ ਦਾ? ਮਤਲਬ ਫਿਰ ਕਹਿ ਦਿੰਦੇ ਨੇ ਜੀ ਕੇਜਰੀਵਾਲ ਕੋਲੇ ਸਾਰਾ ਕੁਝ ਤਾਂ ਹੈ ਨਹੀਂ, ਦਿੱਲੀ ਤਾਂ ਛੋਟਾ ਜਿਹਾ ਸੂਬਾ ਹੈ। ਮੈਂ ਸੂਬੀ ਕਹਿੰਦਾ ਹੁੰਦਾ, ਸੂਬੀ ਵੀ ਮਾੜਾ ਸ਼ਬਦ ਨਹੀਂ। ਦਿੱਲੀ 'ਚ ਸਵਾਲ ਕਰੋ ਆਮ ਆਦਮੀ ਪਾਰਟੀ ਨੂੰ, ਕਹਿੰਦੇ ਜੀ ਸਾਰਾ ਕੁਝ ਕੇਜਰੀਵਾਲ ਕੋਲੇ ਹੈ ਨਹੀਂ। ਤੇ ਸਿੱਧੂ ਦੇ ਹੱਥ ਕੀ ਹੈ? ਕੁਛ ਨਹੀਂ। ਸਿੱਧੂ ਤਾਂ ਕੇਜਰੀਵਾਲ ਨਾਲੋਂ ਵੀ ਕਮਜ਼ੋਰ ਹੈ ਪੰਜਾਬ 'ਚ ਤਾਕਤ ਹੱਥੋਂ। ਸਿੱਧੂ ਇੱਕ ਪਾਰਟੀ ਦਾ ਪ੍ਰਧਾਨ ਹੈ। ਜਿਵੇਂ ਪੰਜਾਬ 'ਚ ਭਗਵੰਤ ਮਾਨ ਹੈ, ਭਗਵੰਤ ਮਾਨ ਦੇ ਵੱਸ 'ਚ ਕੀ ਹੈ? ਕੁਛ ਨਹੀਂ। ਸੁਖਬੀਰ ਬਾਦਲ ਦੇ ਵੱਸ 'ਚ ਕੀ ਹੈ? ਕੁਛ ਨਹੀਂ। ਬਤੌਰ ਪ੍ਰਧਾਨ ਸੁਖਬੀਰ ਬਾਦਲ ਕੀ ਕਰ ਸਕਦਾ ਪੰਜਾਬ 'ਚ? ਉਹ ਤਾਂ ਵਿਰੋਧੀ ਧਿਰ ਦਾ ਲੀਡਰ ਵੀ ਨਹੀਂ। ਹਰਪਾਲ ਚੀਮੇ ਕੋਲੇ ਤਾਕਤ ਹੈ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ, ਹੋਰ ਕਿਹਦੇ ਕੋਲੇ ਤਾਕਤ ਹੈ? ਹਰਪਾਲ ਚੀਮਾ ਉਹਨਾਂ ਨੇ ਉੱਦਾਂ ਤਾਕਤ ਦਿਖਾਈ ਨਹੀਂ ਜਿਵੇਂ ਸੁਖਪਾਲ ਖਹਿਰਾ ਦਿਖਾ ਗਿਆ ਸੀ। ਸੁਖਪਾਲ ਖਹਿਰਾ ਵੀ ਇੱਕ ਵਿਰੋਧੀ ਧਿਰ ਦਾ ਲੀਡਰ ਹੀ ਸੀ ਨਾ। ਸੋ ਸਿੱਧੂ ਕੋਲੇ ਤਾਕਤ ਨਹੀਂ, ਪਰ ਸਿੱਧੂ ਤੇ ਨਿਸ਼ਾਨਾ ਸਾਰਿਆਂ ਦਾ ਤਾਂ ਹੈ ਵੀ ਸਿੱਧੂ ਨੂੰ ਅਸੀਂ ਕੰਡਮ ਕਰ ਦਈਏ ਸਿਆਸੀ ਤੌਰ ਤੇ, ਵੀ ਲੋਕਾਂ 'ਚ ਇਹ ਗੱਲ ਚਲਾ ਜਾਵੇ ਵੀ ਸਿੱਧੂ ਫੇਲ ਹੋ ਗਿਆ, ਸਿੱਧੂ ਕੁਝ ਨਹੀਂ ਕਰ ਸਕਿਆ। ਹੁਣ ਸਿੱਧੂ ਦੇ ਦੁਆਲੇ ਗਗਨ ਤਾਂ ਨੇ ਸਾਰੇ। ਆ ਰਾਘਵ ਚੱਡਾ ਨੇ ਵੀ ਕੱਲ ਪਰਸੋਂ ਪ੍ਰੈਸ ਕਾਨਫਰੰਸ ਕੀਤੀ, ਆ ਬਿਕਰਮ ਮਜੀਠੀਆ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਦੇਖੋ ਬਿਕਰਮ ਮਜੀਠੀਆ ਵੀ ਕਿੱਡੇ ਹਾਸੇ ਪਾਏ ਬਿਕਰਮ ਮਜੀਠੀਆ ਨੇ। ਮੈਂ ਇਕੱਲਾ ਸਿੱਧੂ ਨੂੰ ਹੀ ਕਲਾਕਾਰ ਸਮਝਦਾ ਸੀ, ਬਿਕਰਮ ਮਜੀਠੀਆ ਵੀ ਪੂਰਾ ਕਲਾਕਾਰ ਹੈ। ਤੁਸੀਂ ਬਿਕਰਮ ਮਜੀਠੀਆ ਨੂੰ ਕਮਜ਼ੋਰ ਨਾ ਸਮਝੋ। ਹਾਸੇ ਪਾਉਣ ਦੇ ਮਾਮਲੇ 'ਚ ਬਿਕਰਮ ਮਜੀਠੀਆ ਕੋਲੇ ਵੀ ਪੂਰੀ ਕਲਾਕਾਰੀ ਹੈ। ਫਰਕ ਇੰਨਾ ਕਿ ਸਿੱਧੂ ਟੀਵੀਆਂ ਦੇ ਪ੍ਰੋਗਰਾਮ ਕਰਦਾ ਸੀ, ਪੈਸੇ ਹਾਸਲ ਕਰਦਾ ਸੀ। ਬਿਕਰਮ ਮਜੀਠੀਆ ਪੱਤਰਕਾਰ ਸੰਮੇਲਨ 'ਚ ਮੁਫਤ 'ਚ ਕਾਮੇਡੀ ਕਰਦਾ। ਫਰਕ ਤਾਂ ਇੰਨਾ ਹੀ ਹੈ। ਹਾਸੇ ਪਾਉਣੇ ਕੋਈ ਮਾੜੀ ਗੱਲ ਨਹੀਂ, ਇਹ ਤਾਂ ਹੁਨਰ ਹੈ ਬਿਕਰਮ ਮਜੀਠੀਆ ਦਾ। ਮੈਂ ਕਹਿੰਦਾ ਬੰਦੇ ਕੋਲੇ ਹੁਨਰ ਹੋਣਾ ਵੀ ਚਾਹੀਦਾ ਕੋਈ ਨਾ ਕੋਈ। ਬਿਕਰਮ ਮਜੀਠੀਆ ਵੀ ਸਿੱਧੂ ਦੇ ਪਿੱਛੇ, ਇਹ 'ਚ ਕੋਈ ਦੋ ਰਾਏ ਨਹੀਂ। ਸਿੱਧੂ ਵੀ ਬਿਕਰਮ ਮਜੀਠੀਆ ਦੇ ਪਿੱਛੇ। ਜੇ ਸਿੱਧੂ ਕਦੀ ਤਾਕਤ 'ਚ ਆ ਗਿਆ ਤੇ ਬਿਕਰਮ ਮਜੀਠੀਆ ਦੇ ਨਾਲ ਜੋ ਸਿੱਧੂ ਦਾਅਵੇ ਕਰਦਾ ਹੈ, ਜੇ ਸਿੱਧੂ ਇਹੋ ਜਿਹਾ ਕੁਝ ਕਰ ਗਿਆ ਤਾਂ ਫਿਰ ਹਾਲਾਤ ਬੜੇ ਸਿਆਸੀ ਵੱਖਰੇ ਬਣਨਗੇ। ਜੇ ਬਿਕਰਮ ਮਜੀਠੀਆ ਤਾਕਤ 'ਚ ਆ ਗਿਆ ਤੇ ਸਿੱਧੂ ਤਾਕਤ 'ਚ ਨਾ ਆਇਆ, ਫਿਰ ਬਿਕਰਮ ਮਜੀਠੀਆ ਵੀ ਸਿਆਸੀ ਭੜਾਸ ਕੱਢੂ। ਇਹ ਸਿਆਸਤ ਹੈ ਨਾ। ਦੇਖੋ ਕੈਪਟਨ ਨੇ ਬਾਦਲ ਜੇਲ੍ਹ ਭੇਜਤੇ ਸੀ, ਉਹ ਗੱਲ ਵੱਖਰੀ ਹੈ ਕਿ ਵੱਡੇ ਬਾਦਲ ਬਹੁਤ ਨਰਮ ਦਿਲ ਦੇ ਲੀਡਰ ਨੇ। ਕੈਪਟਨ ਅਮਰਿੰਦਰ ਸਿੰਘ ਭਾਵੇਂ ਸਿਟੀ ਸੈਂਟਰ ਮਾਮਲੇ 'ਚ ਨਾਮਜ਼ਦ ਰਹੇ ਨੇ, ਹੁਣ ਤਾਂ ਕਹਿੰਦੇ ਕਲੀਨ ਚਿੱਟ ਮਿਲ ਗਈ, ਜੇਲ੍ਹ 'ਚ ਨਹੀਂ ਭੇਜਿਆ ਉਹਨਾਂ ਨੂੰ, ਕੈਪਟਨ ਅਮਰਿੰਦਰ ਨੂੰ। ਸੋ ਇਹ ਮਾਦੇ ਦੇ ਉੱਤੇ ਨਿਰਭਰ ਕਰਦਾ। ਸਿੱਧੂ ਹੋ ਗਿਆ, ਬਿਕਰਮ ਮਜੀਠੀਆ ਹੋ ਗਿਆ, ਸੁਖਬੀਰ ਬਾਦਲ ਹੋ ਗਿਆ, ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਿਆਸੀ ਬਦਲੇ ਲੈਣੇ ਜਾਣਦੇ ਨੇ। ਇਹਨਾਂ ਬਾਰੇ ਚਰਚਾਵਾਂ ਹੁੰਦੀਆਂ ਨੇ ਕਿ ਇਹ ਸਿਆਸੀ ਬਦਲਾ ਲੈ ਲੈਂਦੇ ਨੇ। ਤੇ ਕੈਪਟਨ ਅਮਰਿੰਦਰ ਵੀ ਤਾਂ ਕਹਿੰਦਾ ਰਿਹਾ ਵੀ ਅਕਾਲੀ ਦਲ ਦੇ ਰਾਜ 'ਚ ਗ੍ਰਹਿ ਮੰਤਰੀ ਤਾਂ ਸੁਖਬੀਰ ਸੀ ਨਾ। ਕੈਪਟਨ ਕਹਿੰਦਾ ਰਿਹਾ ਵੀ ਸੁਖਬੀਰ ਨੇ ਝੂਠੇ ਪਰਚੇ ਦਿੱਤੇ ਕਾਂਗਰਸੀਆਂ ਤੇ ਮੈਂ ਕਮਿਸ਼ਨ ਬਣਾ ਕੇ, ਫਿਰ ਕਮਿਸ਼ਨ ਬਣਾਇਆ ਵੀ ਕੈਪਟਨ ਨੇ, ਤੇ ਉਹ ਕਈਆਂ ਦੇ ਪਰਚੇ ਰੱਦ ਕੀਤੇ। ਇਹ ਕਹਿੰਦੇ ਅਕਾਲੀ ਦਲ ਦੇ ਰਾਜ 'ਚ ਝੂਠੇ ਪਰਚੇ ਦਰਜ ਹੋਏ ਸੀ ਕਾਂਗਰਸੀਆਂ 'ਚ। ਹੁਣ ਅਕਾਲੀ ਦਲ ਵਾਲੇ ਕਹਿ ਰਹੇ ਆ ਵੀ ਕਾਂਗਰਸੀ ਰਾਜ 'ਚ ਸਾਡੇ ਤੇ ਝੂਠੇ ਪਰਚੇ ਦਰਜ ਹੋ ਰਹੇ ਨੇ। ਸੋ ਇਹ ਸਿਆਸਤ ਹੈ ਗਗਨ। ਸਿੱਧੂ ਦੇ ਪਿੱਛੇ ਇਸ ਕਰਕੇ ਹੈ ਵੀ ਸਾਰੇ ਸਿਆਸੀ ਸ਼ਿਕਾਰ ਕਰਨਾ ਚਾਹੁੰਦੇ ਨੇ ਹੁਣ ਸਿੱਧੂ ਦਾ। ਹੁਣ ਸਿੱਧੂ ਦੀ ਆਪਣੀ ਸਮਝ ਬੂਝ ਹੈ ਕਿ ਸਿੱਧੂ ਬਚਦਾ ਬਚਾਉਂਦਾ, ਜਿਵੇਂ ਦਿੱਲੀ 'ਚ ਕੇਜਰੀਵਾਲ ਬਚ ਗਿਆ, ਕੇਜਰੀਵਾਲ ਨੇ ਦੂਜੇ ਸਿਆਸੀ ਤੌਰ ਤੇ ਕੰਡਮ ਕਰਤੇ। ਦਿੱਲੀ 'ਚ ਮੋਦੀ ਸਾਹਿਬ ਨੂੰ ਹਰਾਤਾ 2 ਵਾਰੀ, ਦਿੱਲੀ 'ਚ ਰਾਹੁਲ ਗਾਂਧੀ ਨੂੰ ਸਿਆਸੀ ਤੌਰ ਤੇ ਹਰਾਤਾ ਕੇਜਰੀਵਾਲ ਨੇ। ਹਾਲਾਂਕਿ ਪੰਜਾਬ 'ਚ ਕੇਜਰੀਵਾਲ ਉਹ ਕੁਝ ਨਹੀਂ ਕਰ ਸਕਿਆ, ਕਿਉਂਕਿ ਦਿੱਲੀ 'ਚ ਜੋ ਕੁਝ ਕੇਜਰੀਵਾਲ ਕਰ ਸਕਦਾ ਸੀ ਉਹ ਦਿੱਲੀ ਦੇ ਲੋਕਾਂ ਨੂੰ ਪਸੰਦ ਆਇਆ। ਪੰਜਾਬ 'ਚ ਕੇਜਰੀਵਾਲ SYL ਤੇ ਉਲਝ ਜਾਂਦਾ ਆ ਕੇ। ਪਹਿਲਾਂ ਵੀ ਆਇਆ ਕੇਜਰੀਵਾਲ SYL ਤੇ, ਕਦੀ ਯੂ ਟਰਨ, ਕਦੀ ਫਿਰ ਹੋਰ ਟਰਨ। ਫਿਰ ਆ ਮਜੀਠੀਏ ਤੇ ਕਿਹੋ ਜਿਹੇ ਇਲਜ਼ਾਮ ਲਾ ਗਿਆ ਸੀ ਕੇਜਰੀਵਾਲ, ਬਾਅਦ ਦੇ ਵਿੱਚ ਸੌਰੀ ਫੀਲ ਕੀਤੀ ਲਿਖ ਕੇ। ਤਾਂ ਹੀ ਮਜੀਠੀਆ ਕਹਿੰਦਾ ਹੈ ਨਾ। ਸੋ ਗੱਲ ਸੁਣਾ ਦਿਓ ਦੋਨੇ ਲੀਡਰਾਂ ਦੀ ਇੱਕ ਵਾਰੀ, ਭਾਵੇਂ ਇਹਨਾਂ ਦੀ ਪ੍ਰੈਸ ਕਾਨਫਰੰਸ ਪਰਸੋਂ ਦੀ ਹੈ, ਪਰ ਇਹਨਾਂ ਦੀਆਂ ਕਈ ਗੱਲਾਂ ਬੜੀਆਂ ਅਹਿਮ ਨੇ ਪ੍ਰੈਸ ਕਾਨਫਰੰਸ 'ਚ। ਸਿੱਧੂ ਦੇ ਉੱਤੇ ਬੋਲਿਆ ਰਾਘਵ ਚੱਡਾ, ਉਹ ਵੀ ਸੁਣਾ ਦਿਓ। ਬਿਕਰਮ ਮਜੀਠੀਆ ਵੀ ਸੁਣਾ ਦਿਓ। 2.5 ਸਾਲ ਤਾਂ ਉਹ ਆਪ ਮੰਤਰੀ ਸੀ, ਮਤਲਬ ਆਪਣੇ ਤੇ ਵੀ ਸਵਾਲ ਪੈਦਾ ਕਰ ਰਿਹਾ।
ਔਰ ਬੜੇ ਹਾਸੇ ਦੀ ਗੱਲ ਹੋਈ, ਕਹਿੰਦਾ ਜੀ 3 ਰੁਪਏ ਬੱਤੀ ਕਰ ਦੇਣੀ ਆ। ਤੈਨੂੰ ਤਾਂ ਪਾਵਰ ਦਾ ਮਹਿਕਮਾ ਮਿਲਦਾ ਸੀ, ਕਿਉਂ ਨਹੀਂ ਕੀਤੀ? ਤੇ ਅੱਜ ਕੀ ਨੀਟੂ ਸ਼ਟਰਾਂ ਵਾਲੇ ਦੀ ਸਰਕਾਰ ਚੱਲਦੀ ਹੈ, ਤੇਰੀ ਸਰਕਾਰ ਹੈ, ਬਹੁਮਤ ਤੇਰੇ ਨਾਲ ਹੈ। ਤੂੰ ਫੋਟੋ ਵੀ ਵਿਖਾਈ ਕਿ ਸਾਰੇ ਐਮਐਲਏ ਤੇਰੇ ਨਾਲ। ਮਾਰੋ ਕੁੱਕੀ ਸਵੇਰੇ। ਜੇ ਤੁਸੀਂ ਲੋਕਾਂ ਦੇ ਦਰਦ ਨਾਲ ਸਹਿਮਤ ਹੋ, ਲੋਕਾਂ ਨਾਲ ਹਮਦਰਦੀ ਰੱਖਦੇ ਹੋ ਤੇ 3 ਰੁਪਏ ਬੱਤੀ ਕਰ ਦਿਓ। ਤੂੰ ਤਾਂ ਪਾਵਰ ਮਹਿਕਮਾ ਛੱਡ ਕੇ ਵੀ ਭੱਜਿਆ ਸੀ। ਇਸ ਲਈ ਇਹ ਜਿਹੜਾ ਲੋਕਾਂ ਨੂੰ ਭੰਬਲ ਪੂਸਾ ਪਾਉਣਾ, ਉਹ ਲੋਕੀ ਭੰਬਲ ਪੂਸੇ 'ਚ ਨਹੀਂ ਪੈਂਦੇ, ਉਹ ਸੱਚ ਦੇ ਗਾਹਕ ਨੇ, ਸੱਚ ਦਾ ਸਾਥ ਦੇਣਗੇ। सरदार नवजोत सिंह सिद्धू साहब को एक लंबी सत्ता की लड़ाई, कुर्सी की लड़ाई, सत्ता के लिए संघर्ष में जीत हासिल करने के लिए, विजय की प्राप्ति करने के लिए बधाई देता हूं कि उन्होंने बड़े समय तक अपनी पार्टी के अंदर कुर्सी की लड़ाई लड़ी और वो अंततः इन दी एंड जीते और उन्हें कांग्रेस पार्टी की चेयरमैनी प्रधानगी उन्हें मिली। मैं इस मौके पे सिद्धू साहब को एक चिट्ठी के माध्यम से एक पत्र लिख रहा हूँ, एक लेटर लिख रहा हूँ और इस लेटर में उन्हें याद करा रहा हूँ कि सिद्धू साहब 2017 के चुनाव में कांग्रेस ने ये 129 पेज का मैनिफेस्टो जारी किया था। 129 पेजेस लॉन्ग मैनिफेस्टो was released by the Congress party। और इस मैनिफेस्टो में जितने भी वादे किए गए थे, प्रॉमिसेस किए गए थे, ये सारे प्रॉमिसेस पंजाब के घर घर तक, पंजाब के एक एक परिवार तक पहुंचाने की रिस्पॉन्सिबिलिटी और जिम्मेदारी कांग्रेस ने अपने सबसे बढ़िया बुलारा, बढ़िया स्पीकर, फायरी स्टार कैंपेनर नवजोत सिंह सिद्धू को दी। ਹੁਣ ਤੁਸੀਂ ਵਿਕਰਮ ਮਜੀਠੀਆ ਵੀ ਸੁਣਿਆ, ਰਾਘਵ ਚੱਡਾ ਵੀ ਸੁਣਿਆ। ਹੁਣ ਇਹ ਸ਼ੁੱਧ ਸਿਆਸੀ ਲੜਾਈ ਹੈ। ਰਾਘਵ ਚੱਡਾ ਨੂੰ ਪਤਾ ਹੈ ਜਦ ਤੱਕ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈਗਾ ਤੇ ਜੇ ਮੁੱਖ ਮੰਤਰੀ ਦਾ ਚਿਹਰਾ ਬਣ ਗਿਆ, ਜਿਹੜਾ ਕਿ ਸੰਭਾਵੀ ਹੈ, ਇੱਕੋ ਮੁੱਖ ਮੰਤਰੀ ਦਾ ਚਿਹਰਾ ਪੰਜਾਬ 'ਚ ਮੈਨੂੰ ਤੈਅ ਲੱਗ ਰਿਹਾ ਗਗਨ, ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਮੈਨੂੰ ਤੈਅ ਲੱਗ ਰਿਹਾ। ਆਮ ਆਦਮੀ ਪਾਰਟੀ ਵੱਲੋਂ ਮੈਨੂੰ 50% ਤੈਅ ਲੱਗ ਰਿਹਾ ਭਗਵੰਤ ਮਾਨ। ਇੱਕ ਹੋਰ ਨਾਮ ਵੀ ਬੜਾ ਚਰਚਾ 'ਚ ਹੈ ਆਮ ਆਦਮੀ ਪਾਰਟੀ 'ਚ, ਉਹ ਅੰਦਰ ਖਾਤੇ ਉਹਦੇ 'ਤੇ ਸੋਚ ਵਿਚਾਰ ਚਰਚਾ ਹੋ ਰਹੀ ਹੈ। ਬੜੇ ਪੁਰਾਣੇ ਬੰਦੇ ਨੇ ਉਹ, ਬੜੇ ਕਾਬਲ, ਉਹ ਵੀ ਬੜਾ ਪੁਰਾਣਾ ਇੱਕ ਸਾਡਾ, ਮੈਂ ਕਹੂੰਗਾ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਵੀ ਇੱਕ ਵੱਖਰੀ ਐਡਮਿਨਿਸਟ੍ਰੇਸ਼ਨ ਚਲਾਈ ਹੈ, ਬਹੁਤ ਲੋਕਾਂ ਦੇ ਫੈਸਲੇ ਕੀਤੇ ਨੇ। ਉਹਨਾਂ ਦਾ ਨਾਮ ਵੀ ਚੱਲ ਰਿਹਾ ਅੰਦਰ ਖਾਤੇ, ਜੋ ਮੈਨੂੰ ਪਤਾ ਲੱਗਿਆ। ਆਪਣੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਕਈ ਲੀਡਰ ਸੋਚ ਵਿਚਾਰਾਂ 'ਚ ਲੱਗੇ ਹੋਏ ਨੇ, ਉਹਨਾਂ ਦਾ ਨਾਮ ਸੁਝਾਇਆ ਗਿਆ, ਇਹ ਮੈਨੂੰ ਪਤਾ ਲੱਗਿਆ। ਅਰਵਿੰਦ ਕੇਜਰੀਵਾਲ ਕੋਲੇ ਵੀ ਉਹ ਚਰਚਾ 'ਚ ਆ ਗਿਆ, ਬੜਾ ਵੱਡਾ ਨਾਮ ਹੈ। ਔਰ ਅਕਾਲੀ ਦਲ ਦੇ ਰਾਜ ਵੇਲੇ ਵੀ ਉਹ ਨਾਮ ਬੜਾ ਚਰਚਿਤ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਦੋਂ ਉਹ ਨਾਮ ਬੜਾ ਚਰਚਿਤ ਸੀ। ਔਰ ਆਮ ਆਦਮੀ ਪਾਰਟੀ ਕੋਲੇ ਇਸ ਵਕਤ ਸਿਆਸੀ ਤੌਰ ਤੇ ਪੰਜਾਬ 'ਚ ਅੱਗੇ ਵਧਣ ਲਈ ਕੋਈ ਠੋਸ ਮੁੱਦਾ ਨਹੀਂ ਹੈ। ਹਾਂ, ਕੈਪਟਨ ਅਮਰਿੰਦਰ ਸਰਕਾਰ ਦੀਆਂ ਨਾਕਾਮਯਾਬੀਆਂ ਨੇ, ਉਹ ਸਾਰੇ ਮੁੱਦੇ ਨੇ। ਮੁਲਾਜ਼ਮਾਂ ਦੀ ਪੈਨਸ਼ਨ, ਮੁਲਾਜ਼ਮਾਂ ਦੀ ਤਨਖਾਹ, ਕੱਚੇ ਮੁਲਾਜ਼ਮ, ਬੇਰੁਜ਼ਗਾਰੀ, ਕਿਸਾਨ ਕਰਜ਼ਾ ਮਾਫੀ ਨਾ ਹੋਣੀ, ਸਾਰਿਆਂ ਨੂੰ ਮੋਬਾਈਲ ਨਹੀਂ ਮਿਲੇ, ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਬੇਅਦਬੀ ਬਰਗਾੜੀ ਦੇ ਇਨਸਾਫ ਨਹੀਂ ਹੋਏ, ਸ਼ਰਾਬ ਦਾ ਮਾਫੀਆ ਚੱਲੀ ਜਾਂਦਾ, ਰੇਤੇ ਦਾ ਮਾਫੀਆ ਚੱਲੀ ਜਾਂਦਾ। ਹੁਣ ਤਾਂ ਅਨਾਜ ਮੰਡੀ 'ਚ ਵੀ ਮਾਫੀਆ ਆ ਗਿਆ। ਅਨਾਜ ਮੰਡੀ 'ਚ ਵੀ ਲੀਡਰ ਆ ਗਏ, ਵਿਧਾਇਕ ਮੰਤਰੀਆਂ ਦੇ ਦਖਲ ਆ ਗਏ ਵੀ ਜੇ ਕਣਕ ਦੀਆਂ ਬੋਰੀਆਂ ਵੀ ਚੱਕਣੀਆਂ ਨੇ ਤਾਂ ਠੇਕੇਦਾਰ ਤੈਅ ਕਰਨ 'ਚ ਐਮਐਲਏ ਮੰਤਰੀ ਦਾ ਰੋਲ ਬਣਨ ਲੱਗ ਗਿਆ। ਇਹਨਾਂ ਦੀ ਸਿਫਾਰਿਸ਼ ਤੇ ਪਿੱਠ ਥਾਪੜੇ ਬਿਨਾ ਮੰਡੀਆਂ 'ਚੋਂ ਬੋਰੀਆਂ ਚੱਕਣ ਦਾ ਠੇਕਾ ਨਹੀਂ ਮਿਲਣਾ। ਘੱਟ ਖਰਚੇ 'ਚ ਜਿਹੜਾ ਕੰਮ ਹੁੰਦਾ ਸੀ ਉਹ ਵੱਧ ਖਰਚੇ 'ਚ ਸਰਕਾਰ ਕੰਮ ਕਰਾ ਰਹੀ ਹੈ। ਸੀਬੀਆਈ ਦੇ ਦਰ ਤੱਕ ਵੀ ਇਹ ਗੱਲਾਂ ਪਹੁੰਚੀਆਂ ਹੋਈਆਂ ਨੇ ਗਗਨ, ਜੋ ਮੈਨੂੰ ਪਤਾ ਲੱਗਿਆ। ਇਹ ਆਉਂਦੇ ਦਿਨਾਂ 'ਚ ਹੀ ਕੋਈ ਸਿਆਸੀ ਕੜਮਾਸ ਮਚਣਾ। ਆਉਂਦੇ ਦਿਨਾਂ 'ਚ ਹੋਰ ਖੁਲਾਸੇ ਕਰਾਂਗੇ ਇਹਦੇ 'ਤੇ। ਸੋ ਜਿਹੜਾ ਤੁਹਾਡਾ ਮੂਲ ਸਵਾਲ ਸ਼ੁਰੂ ਹੋਇਆ ਸੀ ਨਾ, ਉਹ ਸਵਾਲ ਬੜਾ ਅਹਿਮ ਹੈ ਕਿ ਸਿੱਧੂ ਨਿਸ਼ਾਨੇ 'ਤੇ ਕਿਉਂ ਨੇ ਸਾਰਿਆਂ ਦੇ? ਕਿਉਂ? ਕਿਉਂਕਿ ਸਿੱਧੂ
ਕਾਂਗਰਸ ਦਾ ਪ੍ਰਧਾਨ ਹੋਣ ਦੇ ਬਾਵਜੂਦ ਸਰਕਾਰ ਤੇ ਸਵਾਲ ਚੱਕਦਾ, ਕਿਉਂਕਿ ਸਿੱਧੂ 18 ਸੂਤਰੀ ਏਜੰਡੇ ਤੇ ਖੜਾ ਹੈ। ਹੁਣ ਰਾਘਵ ਜੰਡਾ ਵੀ ਕਹੀ ਜਾਂਦੇ ਨੇ ਕਿ ਸਿੱਧੂ ਸਾਹਿਬ ਤੁਹਾਡੀ ਤਾਂ ਸਰਕਾਰ ਹੈ, ਸਿੱਧੂ ਦੀ ਸਰਕਾਰ ਨਹੀਂ ਹੈ। ਜਿਵੇਂ ਦਿੱਲੀ 'ਚ ਪੂਰੀ ਸਰਕਾਰ ਕੇਜਰੀਵਾਲ ਦੀ ਨਹੀਂ ਹੈ, LG ਦੀ ਵੀ ਹੈ। ਜਿਵੇਂ ਦਿੱਲੀ 'ਚ ਪੂਰੀ ਸਰਕਾਰ ਕੇਜਰੀਵਾਲ ਦੀ ਨਹੀਂ ਹੈ, ਐਵੇਂ ਪੰਜਾਬ 'ਚ ਸਿੱਧੂ ਦੀ ਸਰਕਾਰ ਨਹੀਂ, ਸਰਕਾਰ ਕੈਪਟਨ ਦੀ ਹੋਈ ਹੈ। ਜਿਵੇਂ ਕੇਂਦਰ 'ਚ ਮੋਦੀ ਸਾਹਿਬ ਦੀ ਸਰਕਾਰ ਹੈ, ਉੱਥੇ ਤਾਂ ਚਲੋ BJP ਵੀ ਨਾਲ ਹੈ, ਪਰ ਪੰਜਾਬ ਦੀ ਸਰਕਾਰ 'ਚ ਸੂਬੇ ਦੀ ਕਾਂਗਰਸ ਤਾਂ ਸਿੱਧੂ ਨਾਲ ਹੈ। ਹੁਣ ਮੈਕਸਿਮਮ ਵਿਧਾਇਕ ਸਿੱਧੂ ਨਾਲ ਹੈ। ਸੋ ਇਸ ਕਰਕੇ ਆਉਂਦੇ ਦਿਨਾਂ 'ਚ ਗਗਨ ਦੇਖਦੇ ਹਾਂ ਕੋਈ ਤਰਥੱਲੀ ਮੱਚਦੀ ਕਿ ਨਹੀਂ ਮੱਚਦੀ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ, ਇਹਨਾਂ ਹਾਲਾਤਾਂ ਦੇ ਉੱਤੇ ਵੀ ਚਰਚਾ ਜ਼ਰੂਰ ਬਣਦੀ ਹੈ। ਸੋ ਇਹ ਜ਼ਰੂਰ ਹੈ ਕਿ ਸਾਰੇ ਹਾਲਾਤ ਕਿਤੇ ਨਾ ਕਿਤੇ ਪੰਜਾਬ ਦੀ ਸਿਆਸੀ ਸਥਿਤੀ ਨੂੰ ਜ਼ਰੂਰ ਸੰਭਾਲਣ ਦੀ ਕੋਸ਼ਿਸ਼ ਕਰਨਗੇ। ਡੱਲਾ ਸਾਹਿਬ, ਇਸ ਤੋਂ ਬਾਅਦ ਹੁਣ ਵਧਾਂਗੇ ਕਿ ਆਖਿਰਕਾਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਆਪਸ ਦੇ ਵਿੱਚ ਉਹਨਾਂ ਦਾ 36 ਦਾ ਅੰਕੜਾ ਨਜ਼ਰ ਆ ਰਿਹਾ ਹੈ। ਅੱਜ ਵੀ ਦੋਹੋਂ ਵੱਖੋ ਵੱਖਰੀ ਜਗ੍ਹਾ ਤੋਂ ਸੰਬੋਧਨ ਕਰਨਗੇ। ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਸੰਬੋਧਨ ਕਰਨਗੇ, ਅੰਮ੍ਰਿਤਸਰ ਦੀ ਧਰਤੀ ਤੋਂ 2 ਦਿਨਾਂ ਦੌਰੇ 'ਤੇ ਨੇ ਉੱਥੇ, ਤੇ ਉਧਰ ਨਵਜੋਤ ਸਿੰਘ ਸਿੱਧੂ ਵੀ ਹੋ ਸਕਦਾ ਕਿ ਕਾਂਗਰਸ ਭਵਨ ਤੋਂ ਸੰਬੋਧਨ ਕਰਨ। ਸੋ ਅੱਜ ਦੇ ਜਿਹੜੇ ਸਿਆਸੀ ਭਾਸ਼ਣ ਹੋਣਗੇ, ਉਹਨਾਂ ਭਾਸ਼ਣਾਂ ਤੋਂ ਕੋਈ ਕਿਆਸ ਰਾਈਆਂ ਲੱਗ ਸਕਦੀਆਂ ਨੇ ਆਉਣ ਵਾਲੇ ਭਵਿੱਖ? ਦੇਖੋ, ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਝੰਡਾ ਲਹਿਰਾ ਰਹੇ ਨੇ। ਅੱਜ ਸਾਡਾ ਆਜ਼ਾਦੀ ਦਿਹਾੜਾ ਹੈ, ਬੜਾ ਮਾਣ ਹੈ ਸਾਨੂੰ ਸਾਰਿਆਂ ਨੂੰ ਸਾਡੇ ਆਜ਼ਾਦੀ ਦਿਹਾੜੇ ਤੇ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਸਾਡਾ ਮੁਲਕ ਸਾਰਿਆਂ ਦਾ ਸਾਂਝਾ ਮੁਲਕ ਹੈ। ਤੇ ਸਾਡੇ ਮੁਲਕ ਦੀ ਆਜ਼ਾਦੀ 'ਚ ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਊਧਮ ਸਿੰਘ, ਲਾਲਾ ਲਾਜਪਤ ਰਾਏ ਜੀ ਔਰ ਬੜੇ ਅਨੇਕਾਂ ਸਾਡੇ ਬਜ਼ੁਰਗ ਬਾਬੇ, ਦੇਸ਼ ਗਦਰੀ ਬਾਬੇ ਬੜੇ ਯਾਦ ਆਉਂਦੇ ਮੈਨੂੰ ਜਦੋਂ ਵੀ ਮੈਂ ਜਲੰਧਰ ਦੇਸ਼ ਭਗਤ ਯਾਦਗਾਰੀ ਹਾਲ 'ਚ ਜਾਂਦਾ। ਮੈਂ ਜਦੋਂ ਕਾਲਜ ਪੜ੍ਹਦਾ ਸੀ ਉਦੋਂ ਵੀ ਅਸੀਂ ਬਹੁਤ ਜਾਇਆ ਕਰਦੇ ਸੀ। ਉਦੋਂ ਗਦਰੀ ਬਾਬਿਆਂ ਦੀ ਜ਼ਿੰਦਗੀ ਬਾਰੇ ਕਈ ਉੱਥੇ ਸਮਾਗਮ ਹੁੰਦੇ ਸੀ, ਕਈ ਮੀਟਿੰਗਾਂ ਹੋਣੀਆਂ। ਫਿਰ ਅਸੀਂ ਕਈ ਵਾਰੀ ਕਈ ਤਾਂ ਮੁੰਡੇ ਹੁੰਦੇ ਸੀ ਨਾ, ਕਾਲਜ 'ਚੋਂ ਜਾ ਕੇ, ਸਕੂਲ 'ਚੋਂ ਜਾ ਕੇ ਫਿਲਮਾਂ ਦੇਖਣ ਜਾਂਦੇ ਸੀ। ਉਹਨਾਂ ਦਿਨਾਂ 'ਚ ਪੈਸੇ ਨਹੀਂ ਸੀ ਹੁੰਦੇ, ਕਈ ਤਾਂ ਪੋਸਟਰ ਦੇਖ ਕੇ ਮੁੜੇ ਆਉਂਦੇ ਸੀ ਥੀਏਟਰਾਂ 'ਚ। ਅਸੀਂ ਆਜ਼ਾਦੀ ਦੇ ਘੁਲਾਟੀਆਂ ਦੀ ਜ਼ਿੰਦਗੀ ਸਮਝਦੇ ਸੀ ਜਾ ਕੇ। ਹਰੇਕ ਦਾ ਆਪਣਾ ਆਪਣਾ ਚਾਅ ਹੁੰਦਾ, ਤਾਂ ਹੀ ਅਸੀਂ ਪੱਤਰਕਾਰ ਬਣੇ ਨਾ, ਕਿਉਂਕਿ ਉਹ ਬਾਬਿਆਂ ਦੀ ਸੋਚ ਕਿ ਆਪਾਂ ਸਮਰਾਜਵਾਦ ਨੂੰ ਕਿਵੇਂ ਸਥਾਪਿਤ ਕਰਨਾ ਹੈ, ਆਦਰਸ਼ ਸਮਰਾਜਵਾਦ, ਤੇ ਜ਼ਿੰਦਗੀ 'ਚ ਇੱਕ ਬਰਾਬਰਤਾ ਦਾ ਸਿਧਾਂਤ ਲਾਗੂ ਹੋਵੇ, ਸਮਾਜ 'ਚ ਸੋਸ਼ਲ ਇਕੁਲਿਬਰੀਅਮ ਕਹਿੰਦੇ ਇਹਨੂੰ, ਕੈਮਿਸਟਰੀ 'ਚ ਵੀ ਹੁੰਦਾ ਇੱਕ ਇਕੁਲਿਬਰੀਅਮ ਇੱਕ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਂ ਅਸੀਂ ਸਿੱਖਦੇ ਹਾਂ। ਸੋ ਆਜ਼ਾਦੀ ਦਾ ਦਿਹਾੜਾ ਸਾਡੇ ਸਾਰਿਆਂ ਲਈ ਬੜਾ ਮਾਨਮੱਤਾ ਦਿਹਾੜਾ ਹੈ। ਸੋ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਆਪਾਂ ਇੱਕ ਦੂਜੇ ਨੂੰ ਦਿੰਦੇ ਹਾਂ, ਤੁਹਾਨੂੰ ਵੀ ਗਗਨ ਜੀ, ਤੁਹਾਨੂੰ ਵੀ। ਹੁਣ ਜਿਹੜੀ ਅੱਜ ਦੀ ਗੱਲ ਰਹਿ ਗਈ, ਕੈਪਟਨ ਅਮਰਿੰਦਰ ਸਿੰਘ ਪੁੱਜੇ ਅੰਮ੍ਰਿਤਸਰ। ਆਜ਼ਾਦੀ ਦਿਹਾੜਾ ਤਾਂ ਹੈ, ਝੰਡਾ ਲਹਿਰਾਉਣਗੇ, ਉਹ ਹੁਣ ਤੱਕ ਲਹਿਰਾ ਚੁੱਕੇ ਹੋਣਗੇ। ਕਈ ਲੋਕਾਂ ਨੇ ਆਪਣਾ ਪ੍ਰੋਗਰਾਮ ਜਦੋਂ ਸੁਣਨਾ ਹੈ, ਵੈਸੇ ਤਾਂ ਅਸੀਂ ਸਵੇਰ ਦੇ 12:30 1 ਵਜੇ ਰਿਕਾਰਡ ਕਰ ਰਹੇ ਹਾਂ। ਅੱਜ 15 ਅਗਸਤ ਨੂੰ ਸਵੇਰ ਦੇ 12:30 1 ਵਜ ਗਏ ਇਸ ਟਾਈਮ। ਤੇ ਕੈਪਟਨ ਅਮਰਿੰਦਰ ਸਿਆਸੀ ਤੌਰ 'ਤੇ ਵੀ ਸੁਨੇਹਾ ਦੇਣਗੇ ਵੀ ਮੈਂ ਅੰਮ੍ਰਿਤਸਰ ਸਰਗਰਮ ਰਹਿਣਾ। ਦੂਜਾ, ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਝੰਡਾ ਲਹਿਰਾਉਣਗੇ। ਸਿੱਧੂ ਦੀ ਨਜ਼ਰ ਚੰਡੀਗੜ੍ਹ ਰਾਜਧਾਨੀ ਦੇ ਆਲੇ ਦੁਆਲੇ ਹੈ, ਟਰਾਈ ਸਿਟੀ। ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਦਫ਼ਤਰ 'ਚ ਝੰਡਾ ਲਹਿਰਾਉਣਗੇ। ਸੋ ਸਿੱਧੂ ਲਈ ਵੀ ਇਹ ਬਹੁਤ ਇੱਕ ਚੰਗਾ ਦਿਨ ਹੋਣਾ ਅੱਜ ਝੰਡਾ ਲਹਿਰਾਉਣ ਦਾ। ਉਂਝ ਜਦੋਂ ਸਿੱਧੂ ਮੰਤਰੀ ਸੀ ਉਦੋਂ ਵੀ ਸਿੱਧੂ ਨੇ ਆਜ਼ਾਦੀ ਝੰਡਾ ਲਹਿਰਾਇਆ ਸੀ। ਸੋ ਸਿਆਸੀ ਮਤਲਬ ਇਹੀ ਨੇ ਗਗਨ ਕਿ 15 ਅਗਸਤ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਵੀ ਮੈਂ ਡੇਰਾ ਲਾ ਲੈਣਾ ਹੈ, ਕਾਂਗਰਸ ਭਵਨ ਬਿਸਤਰਾ ਲਾ ਲੈਣਾ। ਹੁਣ ਦੇਖਦੇ ਹਾਂ ਇੱਕ ਤਾਂ ਸਿੱਧੂ ਦਾ ਬਿਸਤਰਾ ਕਦੋਂ ਲੱਗਦਾ ਉੱਥੇ। ਸਿੱਧੂ ਦੇ ਬਿਸਤਰਾ ਲੱਗਣ ਦਾ ਮਤਲਬ ਹੈ ਕਿ ਹੁਣ ਸਰਕਾਰ ਤੇ ਸਿੱਧੂ ਰੋਜ਼ ਟਵੀਟ ਕਰਿਆ ਕਰੂਗਾ ਵੀ 18 ਸੂਤਰੀ ਏਜੰਡਾ ਕੈਪਟਨ ਸਾਹਿਬ ਕਦੋਂ ਲਾਗੂ ਕਰਨਾ ਹੈ। 18 ਜੁਲਾਈ ਨੂੰ ਸਿੱਧੂ ਪ੍ਰਧਾਨ ਬਣਿਆ ਸੀ, 3 ਦਿਨਾਂ ਬਾਅਦ ਸਿੱਧੂ ਦੇ ਪ੍ਰਧਾਨ ਬਣੇ ਨੂੰ ਹੋ ਜਾਣਾ ਮਹੀਨਾ। ਤੇ ਕੀ ਕੋਈ 18 ਸੂਤਰੀ ਏਜੰਡੇ 'ਚੋਂ ਪ੍ਰੋਗਰਾਮ ਲਾਗੂ ਹੋਣੇ ਸ਼ੁਰੂ ਹੋਏ? ਤੇ ਸਿੱਧੂ ਨੇ ਚੇਤਾਵਨੀ ਤਾਂ ਦੇ ਹੀ ਦਿੱਤੀ ਵੀ ਜਾਂ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੀਪੀਏ ਰੱਦ ਕਰ ਦਿਓ, ਖੇਤੀ ਕਾਨੂੰਨ ਰੱਦ ਕਰ ਦਿਓ ਵਿਧਾਨ ਸਭਾ 'ਚ, ਬਿਜਲੀ ਸਮਝੌਤੇ ਰੱਦ ਕਰ ਦਿਓ, ਨਹੀਂ ਤਾਂ ਵਿਧਾਇਕ ਕਰ ਦੇਣਗੇ। ਉਹਦਾ ਮਤਲਬ ਸਾਫ਼ ਹੈ, ਅਗਰ ਕੈਪਟਨ ਅਮਰਿੰਦਰ ਸਿੰਘ 16 ਦੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਾਂ ਮੀਟਿੰਗ ਵਾਲੇ ਦਿਨ ਵਿਧਾਨ ਸਭਾ ਸੈਸ਼ਨ ਦਾ ਐਲਾਨ ਨਹੀਂ ਕਰਦੇ ਤਾਂ ਸਿੱਧੂ ਨੇ ਵਿਧਾਇਕ ਸੱਦ ਕੇ ਮਤੇ ਪਾਸ ਕਰਨੇ ਨੇ। ਤੇ ਸਿੱਧੂ ਜਾਂ ਤਾਂ ਪੈਲੇਸ 'ਚ ਰੱਖੂਗਾ, ਮੈਂ ਕੱਲ੍ਹ ਵੀ ਕਿਹਾ ਸੀ ਪ੍ਰੋਗਰਾਮ, ਜਾਂ ਕਾਂਗਰਸ ਭਵਨ। ਤੇ ਉਹ ਸਿੱਧੂ ਦੇ ਵਿਧਾਇਕ ਚਾਹੁਣਗੇ ਵੀ ਅਸੀਂ ਵਿਧਾਨ ਸਭਾ ਦੀ ਮਤੇ ਰੱਦ ਕਰੀਏ। ਫਿਰ ਹਰੀਸ਼ ਰਾਵਤ ਆ ਰਹੇ ਨੇ ਕਿਉਂਕਿ ਕੈਪਟਨ ਅਮਰਿੰਦਰ ਕੁਝ ਮੰਤਰੀ ਬਦਲਣਾ ਚਾਹੁੰਦੇ ਨੇ, ਕੁਝ ਮੰਤਰੀ ਮਿਲ ਕੇ ਵੀ ਆਏ ਨੇ ਸੋਨੀਆ ਗਾਂਧੀ ਨੂੰ।
ਸੋ ਕਾਂਗਰਸ 'ਚ ਕਾਫੀ ਸਿਆਸੀ ਘਮਾਸਾਨ ਪੈਣਾ ਆਉਂਦੇ ਦਿਨਾਂ ਦੇ ਵਿੱਚ। ਕਿਤੇ ਗੱਲ ਜ਼ਿਆਦਾ ਦੂਰ ਨਾ ਚਲੀ ਜਾਵੇ, ਅੱਜ ਨਹੀਂ ਮੈਂ ਕਹਿੰਦਾ, ਪਰ ਮੈਨੂੰ ਦਿਖ ਰਹੇ ਨੇ ਸੰਕੇਤ ਕਿ ਕਾਂਗਰਸ 'ਚ ਗੱਲ ਦੂਰ ਤੱਕ ਨਾ ਚਲੀ ਜਾਵੇ। ਬਾਕੀ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਸਟੈਂਡ ਲੈ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ, ਤਾਂ ਹੀ ਪ੍ਰਧਾਨ ਬਣਿਆ ਨਾ ਉਹ। ਸੋ ਕਾਂਗਰਸ ਆਪਣਾ ਚਿਹਰਾ ਮੋਹਰਾ ਬਦਲਣਾ ਚਾਹੁੰਦੀ ਹੈ, ਢੰਗ ਤਰੀਕਾ ਬਦਲਣਾ ਚਾਹੁੰਦੀ ਹੈ। ਬਾਕੀ ਵੇਖਦੇ ਹਾਂ ਗਗਨ, ਸਾਰੇ ਪੰਜਾਬੀ ਬੜੇ ਸਿਆਣੇ ਨੇ, ਮੇਰੇ ਬਿਨਾਂ ਕਹੇ ਬਹੁਤ ਗੱਲਾਂ ਸਮਝਦੇ ਨੇ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਹਰ ਪਾਸੇ ਅੱਜ ਧਿਆਨ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਰਹੇਗਾ ਕਿ ਆਖਿਰਕਾਰ ਉਹਨਾਂ ਦੇ ਭਾਸ਼ਣਾਂ ਦੇ ਵਿੱਚੋਂ ਕਿਹੜੇ ਸ਼ਬਦ ਬਾਹਰ ਆਉਂਦੇ ਨੇ। ਸੋ ਡੱਲਾ ਸਾਹਿਬ, ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲ ਵੀ ਰੁਖ ਕਰ ਲਈਏ। ਕਿਸਾਨਾਂ ਦੇ ਵੱਲੋਂ ਵੀ ਅੱਜ ਦੇ ਦਿਨ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ, ਵਿਸ਼ੇਸ਼ ਤੌਰ ਦੇ ਉੱਤੇ ਅੱਜ ਦਾ ਆਜ਼ਾਦੀ ਦਿਹਾੜਾ ਕਿਸਾਨ ਵੀ ਆਪਣੇ ਤੌਰ ਦੇ ਉੱਤੇ ਮਨਾਉਣ ਤੇ ਸਰਕਾਰ ਨੂੰ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਇਸ ਆਜ਼ਾਦੀ ਦਿਹਾੜੇ ਦੇ ਉੱਤੇ ਕਰਨਗੇ। ਬਿਲਕੁਲ ਗਗਨ ਜੀ, ਕਿਸਾਨ ਮਜ਼ਦੂਰ ਕਿਸਾਨ ਸੰਗਰਾਮ ਦਿਵਸ, ਸੋ ਆਜ਼ਾਦੀ ਦਿਹਾੜੇ ਨੂੰ ਕਿਸਾਨ ਵੀ ਸਾਡੇ ਸਾਰੇ ਆਮ ਲੋਕਾਂ ਦੀ ਤਰ੍ਹਾਂ ਮਨਾਉਣਗੇ। ਔਰ ਮੈਂ ਕਹਿੰਦਾ ਇਸ ਦੇਸ਼ ਦੀ ਆਜ਼ਾਦੀ 'ਚ ਕਿਸਾਨਾਂ ਦਾ ਵੱਡਾ ਯੋਗਦਾਨ ਹੈ। ਦੇਖੋ, ਇੱਕ ਕਿਸਾਨੀ ਲਹਿਰ ਚੱਲੀ ਸੀ, ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ, ਔਰ ਸਾਰੇ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਦਾ ਮੋਹਰੀ ਯੋਗਦਾਨ ਰਿਹਾ। ਸੋ ਪੰਜਾਬੀ ਜ਼ਿਆਦਾ ਕਿਸਾਨ ਹੁੰਦੇ ਨੇ, ਇਸ ਕਰਕੇ ਦੇਸ਼ ਦੀ ਆਜ਼ਾਦੀ 'ਚ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਅਤੇ ਅੱਜ ਕਿਸਾਨ ਵੀ ਪਹਿਲੀ ਕਤਾਰ 'ਚ ਖੜੇ ਹੋ ਕੇ ਦੇਸ਼ ਦੀ ਆਜ਼ਾਦੀ ਦਾ ਤਿਉਹਾਰ ਮਨਾਉਣਗੇ। ਟਰੈਕਟਰਾਂ 'ਤੇ ਝੰਡੇ ਲਾ ਕੇ ਅੱਜ ਫੇਰ ਸਾਨੂੰ ਪੂਰੇ ਮੁਲਕ 'ਚ ਕਿਸਾਨ ਨਜ਼ਰ ਆਉਣਗੇ। ਔਰ 26 ਜਨਵਰੀ ਦਾ ਦਿਨ ਕਿਸਾਨਾਂ ਦਾ ਜਿਹੜਾ ਸ਼ਾਂਤੀਪੂਰਵਕ ਪਰੇਡ ਸੀ, ਕੁਝ ਲੋਕਾਂ ਨੇ ਉਹ ਪ੍ਰੋਗਰਾਮ ਤਾਰ ਪੀੜੋ ਕਰਤਾ ਸੀ, ਜਿਸ ਦਾ ਕਿਸਾਨ ਅੰਦੋਲਨ ਨੂੰ ਐਡਾ ਨੁਕਸਾਨ ਹੋਇਆ। ਅੱਜ 26 ਜਨਵਰੀ ਤੋਂ ਬਾਅਦ ਅਸੀਂ 15 ਅਗਸਤ 8ਵੇਂ ਮਹੀਨੇ 'ਚ ਆ ਗਏ ਹਾਂ। ਸੋ ਲਗਭਗ 7 ਮਹੀਨੇ ਹੋਣ ਵਾਲੇ ਨੇ, ਅਗਰ ਅਸੀਂ ਆ ਦਿਨ ਘਟਾ ਦਈਏ 11 ਕੁ, ਅਤੇ ਕਿੱਡਾ ਨੁਕਸਾਨ ਕਿਸਾਨ ਅੰਦੋਲਨ ਨੂੰ ਕੀਤਾ ਉਸ ਹਿੰਸਕ ਵਾਰਦਾਤਾਂ ਨੇ। ਜਿਹੜੇ ਨੌਜਵਾਨ 26 ਜਨਵਰੀ ਨੂੰ ਇੱਕ ਰਾਤ ਪਹਿਲਾਂ ਜਿਹੋ ਜਿਹੇ ਭਾਸ਼ਣ ਕਰ ਰਹੇ ਸੀ ਉੱਥੇ ਮੰਚ 'ਤੇ, ਉਹਨੇ ਸੰਕੇਤ ਦੇਤੇ ਸੀ ਵੀ ਸਭ ਕੁਝ ਚੰਗਾ ਨਹੀਂ ਹੈ, ਅਤੇ ਉਹਦਾ ਹੀ ਨੁਕਸਾਨ ਸਾਨੂੰ ਅਗਲੇ ਦਿਨ ਦੇਖਣ ਨੂੰ ਮਿਲਿਆ, ਜਿਹੜਾ ਅੱਜ ਤੱਕ ਅਸੀਂ ਭੁਗਤ ਰਹੇ ਹਾਂ ਸਾਰੇ। ਅੱਜ ਕਿਸਾਨ ਅੰਦੋਲਨ ਦੀ ਉਹ ਧਾਰ ਰਹੀ ਨਹੀਂ, ਮੈਨੂੰ ਕੋਈ ਹਰਜ ਨਹੀਂ ਹੈ ਕਹਿਣ 'ਚ, ਬੱਚਾ ਬੱਚਾ ਜਾਣਦਾ ਕਿੱਥੇ ਗਈ ਉਹ ਲੱਖਾਂ ਦੀ ਭੀੜ, ਕਿੱਥੇ ਗਏ ਉਹ ਰੋਜ਼ ਨਿਕਲਣ ਵਾਲੇ ਟਰੈਕਟਰ ਮਾਰਚ। ਬੜੇ ਸਾਡੇ ਨੌਜਵਾਨ ਜੁਝਾਰੂ ਹਜੇ ਵੀ ਚੌਂਕਾਂ 'ਚ ਖੜੇ ਨੇ। ਮੈਂ ਚੰਡੀਗੜ੍ਹ ਜਾਣਾ, ਮੈਂ ਕੱਲ੍ਹ ਹੀ ਮੁੜਿਆ, ਚੌਂਕਾਂ 'ਚ ਖੜੇ ਨੇ, ਹਜੇ ਵੀ ਬੈਠੇ ਨੇ ਕਈ ਜਜ਼ਬਾਤੀ। ਉਹ ਸੰਘਰਸ਼ਸ਼ੀਲ ਕਿਸਾਨ ਨੇ। ਅੱਜ ਆਜ਼ਾਦੀ ਦਾ ਦਿਹਾੜਾ ਵੀ ਮਨਾਉਣ, ਅਸੀਂ ਵੀ ਮਨਾਵਾਂਗੇ ਸਾਰੇ। ਅਤੇ ਬੇਨਤੀ ਵੀ ਅੱਜ ਨਰਿੰਦਰ ਮੋਦੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ, ਅੱਜ 15 ਅਗਸਤ ਦੇ ਦਿਨ ਤੋਹਫਾ ਦੇ ਦਿਓ ਪੰਜਾਬ ਦੇ ਕਿਸਾਨਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ। ਅਤੇ 15 ਅਗਸਤ ਦੇ ਦਿਨ ਝੰਡਾ ਲਹਿਰਾਉਂਦੇ ਹੋਏ ਜਦੋਂ ਤੁਸੀਂ ਸਲੂਟ ਮਾਰਨਾ, ਅਤੇ ਕਰ ਦਿਓ ਐਲਾਨ ਵੀ ਆਪਾਂ ਨਵੇਂ ਸਿਰੇ ਤੋਂ ਕਾਨੂੰਨ ਬਣਾਵਾਂਗੇ, ਅਤੇ ਮੋਦੀ ਸਾਹਿਬ ਜਿੰਦਾਬਾਦ ਦੇ ਨਾਅਰੇ ਲੱਗਣ, ਅਤੇ ਖੁਸ਼ੀ ਦੇ ਲੱਡੂ ਜ਼ਿਆਦਾ ਮਿੱਠੇ ਹੋ ਜਾਣ ਸਾਰਿਆਂ ਲਈ। ਇਹੋ ਜਿਹਾ ਕੁਛ ਹੀ ਇੰਤਜ਼ਾਰ ਕਰਦੇ ਹਾਂ ਜੀ। ਬਾਕੀ ਕਿਸਾਨਾਂ ਨੇ ਬੜਾ ਸ਼ਾਂਤੀਪੂਰਵਕ ਅੱਜ ਆਪਣਾ ਐਕਸ਼ਨ ਰੱਖਣਾ ਸਾਰਾ, ਅਤੇ ਸਾਰਿਆਂ ਨੇ ਸ਼ਾਂਤੀਪੂਰਵਕ ਰੱਖਣਾ। ਆਪਾਂ ਆਪਣੇ ਦੇਸ਼ ਦੀ ਆਜ਼ਾਦੀ ਦੇ ਦਿਨ ਨੂੰ ਬਿਲਕੁਲ ਪਵਿੱਤਰਤਾ ਦੇ ਨਾਲ ਮਨਾਉਣਾ ਹੈ, ਇਹੀ ਮੇਰੀ ਆਸ ਹੈ। ਬਿਲਕੁਲ, ਸੋ ਜਾਂਦੇ ਜਾਂਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦੇਵਾਂਗੇ। ਸੋ ਸਿਆਸਤ ਦੇ ਵਿੱਚ ਕੀ ਕੁਝ ਹੋਏਗਾ ਉਸ ਦੇ ਉੱਤੇ ਵੀ ਨਿਗਾਹ ਇਸੇ ਤਰ੍ਹਾਂ ਬਣਾ ਕੇ ਰੱਖਾਂਗੇ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਕਰਾਂਗੇ, ਬਹੁਤ ਧੰਨਵਾਦ।